ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਡਾਕਟਰ ਸੁਦੀਪ ਸਿੰਘ ਸਚਦੇਵ ਹੈ। ਮੈਂ ਨੈਫਰੋਲੋਜਿਸਟ ਔਰ ਰੀਨਲ ਟ੍ਰਾਂਸਪਲਾਂਟ ਫਿਜ਼ੀਸ਼ੀਅਨ ਹੈਗਾ ਵਾਂ। ਤੇ ਸਭ ਤੋਂ ਪਹਿਲਾਂ ਤੇ ਮੈਂ ਸਾਰੇ ਵਿਊਅਰਸ ਨੂੰ ਇਹ ਦੱਸਣਾ ਚਾਹਾਂਗਾ ਕਿ ਜੋ ਵੀ ਆਦਮੀ ਪਹਿਲੇ ਪੈਦਾ ਹੁੰਦਾ ਹੈ ਉਹਦੇ ਕੋਲ ਦੋ ਕਿਡਨੀਆਂ ਹੁੰਦੀਆਂ ਨੇ, ਔਰ ਕਿਡਨੀ ਦਾ ਕੰਮ ਹੁੰਦਾ ਹੈ ਸਰੀਰ ਵਿੱਚ ਗੰਦੇ ਪਦਾਰਥ ਯਾਨੀ ਵੇਸਟ ਪ੍ਰੋਡਕਟਸ ਕੱਢਣ ਦਾ। ਫॉर ਐਗਜ਼ਾਮਪਲ ਯੂਰੀਆ ਹੋਏ, ਕ੍ਰੀਏਟਿਨ ਹੋਏ, ਐਸਿਡਸ ਹੋਏ, ਇਹ ਸਾਰੇ ਵੇਸਟ ਪ੍ਰੋਡਕਟਸ ਹੁੰਦੇ ਨੇ ਜਿਹੜੇ ਬਾਡੀ ਵਿੱਚ ਬਣਦੇ ਨੇ। ਔਰ ਕਿਡਨੀ ਦਾ ਕੰਮ ਹੁੰਦਾ ਹੈ ਸਾਰੀ ਚੀਜ਼ਾਂ ਨੂੰ ਸਰੀਰ ਵਿੱਚੋਂ ਕੱਢਣਾ। ਅਗਰ ਤੁਹਾਡੀ ਕਿਡਨੀ ਖਰਾਬ ਹੋ ਰਹੀ ਹੈ ਜਾਂ ਤੁਸੀਂ ਕਿਡਨੀ ਫੇਲਿਅਰ ਹੈਗਾ ਹੈ ਤੁਹਾਨੂੰ, ਤੇ ਸਾਰੇ ਗੰਦੇ ਪਦਾਰਥ ਬਾਡੀ ਵਿੱਚ ਅਕਿਊਮੂਲੇਟ ਜਾਂ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਨੇ। ਔਰ ਜਦ ਇਹ ਪਦਾਰਥ ਇਹਨੇ ਵੱਧ ਜਾਂਦੇ ਨੇ ਕਿ ਗੁਰਦੇ ਜਾਂ ਕਿਡਨੀ ਦਾ ਫੰਕਸ਼ਨ 15% ਤੋਂ ਘੱਟ ਹੋ ਜਾਏ ਔਰ ਸਰੀਰ ਵਿੱਚ ਅਲੱਗ-ਅਲੱਗ ਸਾਈਨਸ ਔਰ ਸਿੰਪਟਮਸ ਆਉਣ ਲੱਗਣ, यानी कि भूख घट लगना, उल्टी आना, सूजन आ जाना, ਤੇ ਇਹ ਸਾਰੇ ਸਿੰਪਟਮਸ ਹੁੰਦੇ ਨੇ ਕਿਡਨੀ ਫੇਲਿਅਰ ਦੇ। ਤੇ ਜੇ ਦੋਨੋਂ ਕਿਡਨੀਆਂ 15% ਤੋਂ ਘੱਟ ਕੰਮ ਕਰਦੀਆਂ ਨੇ ਔਰ ਇਹ ਲੱਛਣ ਆਉਂਦੇ ਨੇ ਤੇ ਅਸੀਂ ਕਹਿੰਦੇ ਨੇ ਪੇਸ਼ੈਂਟ ਨੂੰ ਕਿਡਨੀ ਫੇਲਿਅਰ ਹੋ ਗਿਆ ਜੀ। ਕਿਡਨੀ ਦੀ ਬਿਮਾਰੀ ਨਾ ਬੜੀ ਔਖੀ ਹੈ ਫੜਨੀ। ਕਿਉਂਕਿ ਕਿਡਨੀ ਦੀ ਬਿਮਾਰੀ ਦੇ ਜਿਹੜੇ ਵੀ ਲੱਛਣ ਹੁੰਦੇ ਨੇ ਉਹ ਬੜੇ ਨਾਨ ਸਪੈਸੀਫਿਕ ਜਿਹੇ ਹੁੰਦੇ ਨੇ। ਤੇ ਜਦ ਬਿਮਾਰੀ ਸ਼ੁਰੂ ਹੁੰਦੀ ਹੈ ਤਦ ਪੇਸ਼ੈਂਟ ਨੂੰ ਸਿੰਪਟਮਸ ਆਉਂਦੇ ਨੇ, ਬਈ ਭੂਖ ਘੱਟ ਲੱਗਣਾ, ਕਮਜ਼ੋਰੀ ਆਣਾ, ਉਲਟੀ ਜੈਸਾ ਲੱਗਣਾ। ਜਦ ਪੇਸ਼ੈਂਟ ਉੱਠਦਾ ਹੈ ਮਾਰਨਿੰਗ ਵਿੱਚ ਤੇ ਬ੍ਰਸ਼ ਕਰਨ ਵੇਲੇ ਉਲਟੀਆਂ ਵੀ ਆ ਸਕਦੀਆਂ ਨੇ। ਤੇ ਇਹ ਜਦ ਸਿੰਪਟਮ ਸ਼ੁਰੂਆਤ ਦੇ ਸਿੰਪਟਮਸ ਪੇਸ਼ੈਂਟ ਨੂੰ ਲੱਗਦਾ ਹੈ ਜੀ ਕਿਸੇ ਹੋਰ ਬਿਮਾਰੀ ਦੇ ਕਾਰਨ ਹੈਗੇ ਨੇ ਜਾਂ ਪੇਸ਼ੈਂਟ ਨੂੰ ਕੋਈ ਹੋਰ ਬਿਮਾਰੀ ਚੱਲ ਰਹੀ ਹੈ, ਤੇ ਪੇਸ਼ੈਂਟ ਇਹਨੂੰ ਨਿਗਲੈਕਟ ਕਰ ਦਿੰਦਾ ਹੈ ਔਰ ਫਿਰ ਇਹਦੀ ਜਾਂਚ ਨਹੀਂ ਕਰਾਉਂਦਾ। ਬਟ ਅਗਰ ਇਹ ਸਿੰਪਟਮਸ ਲੰਬੇ ਚੱਲਣ ਤੇ ਸਾਨੂੰ ਕਿਡਨੀ ਦੀ ਜਾਂਚ ਕਰਾਉਣੀ ਜ਼ਰੂਰੀ ਹੈ। ਇਹਦੇ ਇਲਾਵਾ ਪੀਠ ਵਿੱਚ ਦਰਦ ਹੋਣਾ ਜਾਂ ਨਾਭੀ ਦੇ ਨੀਚੇ ਪੇਟ ਵਿੱਚ ਦਰਦ ਹੋਣਾ ਜਾਂ ਪਿਸ਼ਾਬ ਵਿੱਚ ਬਲੱਡ ਦਾ ਆਣਾ, ਪਿਸ਼ਾਬ ਵਿੱਚ ਪਸ ਆਣਾ, ਪਿਸ਼ਾਬ ਵਿੱਚ ਝਾਗ ਜ਼ਿਆਦਾ ਬਣਨਾ, ਰਾਤ ਨੂੰ ਬਾਰ-ਬਾਰ ਉੱਠਣਾ ਪਿਸ਼ਾਬ ਕਰਨ ਵਾਸਤੇ, ਜਾਂ ਤੁਹਾਡਾ ਯੂਰਿਨ ਅਗਰ ਪਿਸ਼ਾਬ ਘੱਟ ਹੋ ਜਾਏ ਤੇ ਤਦ ਤੁਹਾਨੂੰ ਜ਼ਰੂਰ ਦੇਖਣਾ ਚਾਹੀਦਾ ਹੈ। ਬਿਕੋਜ਼ ਕਿਡਨੀ ਦਾ ਕੰਮ ਹੁੰਦਾ ਹੈ ਪਿਸ਼ਾਬ ਬਣਾ ਕੇ ਗੰਦੇ ਸਬਸਟੈਂਸਸ ਜਾਂ ਪਦਾਰਥ ਨੂੰ ਕੱਢਣਾ ਸਰੀਰ ਤੋਂ। ਇਹਦੇ ਇਲਾਵਾ ਬਲੱਡ ਪ੍ਰੈਸ਼ਰ ਦਾ ਵਧਣਾ, ਪਹਿਲੇ ਤੁਸੀਂ ਨਾਰਮਲ ਸੀ, ਹੁਣ ਬਲੱਡ ਪ੍ਰੈਸ਼ਰ ਵਧਿਆ ਹੋਇਆ ਹੈ ਔਰ ਨਾਲ ਹੀ ਤੁਹਾਨੂੰ ਖੂਨ ਦੀ ਕਮੀ ਵੀ ਹੋ ਰਹੀ ਹੈ, ਤੇ ਇਹ ਇੱਕ ਹੋਰ ਬਹੁਤ ਇੰਪੋਰਟੈਂਟ ਸਿੰਪਟਮ ਹੋ ਸਕਦਾ ਹੈ ਕਿਡਨੀ ਦੀ ਬਿਮਾਰੀ ਦਾ। ਔਰ ਜਦ ਕਿਡਨੀ ਦੀ ਬਿਮਾਰੀ ਅੱਗੇ ਪਹੁੰਚ ਜਾਂਦੀ ਹੈ ਤਦ ਤੇ ਪੇਸ਼ੈਂਟ ਨੂੰ ਇੰਨੀ ਉਲਟੀਆਂ ਆਉਂਦੀਆਂ ਨੇ, ਇੱਕ ਗੰਦੀ ਬਦਬੂ ਆਉਂਦੀ ਹੈ ਸਰੀਰ ਤੋਂ ਜਿਹਨੂੰ ਅਸੀਂ ਯੂਰੀਮਿਕ ਅਡਰ ਕਹਿੰਦੇ ਨੇ, ਔਰ ਯੂਰਿਨ ਬਿਲਕੁਲ ਰੁਕ ਸਕਦਾ ਹੈ, ਅੱਖਾਂ ਦੇ ਆਸ-ਪਾਸ ਸੂਜਨ ਆ ਸਕਦੀ ਹੈ, ਪੈਰਾਂ ਦੇ ਆਸ-ਪਾਸ ਸੂਜਨ ਆ ਸਕਦੀ ਹੈ, ਔਰ ਕਮਜ਼ੋਰੀ ਇੰਨੀ ਹੋ ਜਾਂਦੀ ਕਿ ਪੇਸ਼ੈਂਟ ਬਿਲਕੁਲ ਕੁਝ ਖਾਣਾ ਵੀ ਨਹੀਂ ਪਸੰਦ ਕਰਦਾ ਔਰ ਚੱਲਣਾ ਫਿਰਨਾ ਵੀ ਔਖਾ ਹੋ ਜਾਂਦਾ ਉਹਦੇ ਵਾਸਤੇ। ਅੱਜ ਕੱਲ ਜਿਹੜਾ ਤੁਸੀਂ ਜਾਣਦੇ ਹੋ ਕਿ ਕਿੰਨੀ ਬਿਮਾਰੀਆਂ ਜਿਸੇ ਅਸੀਂ ਕਹਿੰਦੇ ਆ ਜੀ ਨਾਨ ਕਮਿਊਨੀਕੇਬਲ ਡਿਜ਼ੀਜ਼ਸ ਹੈਗੀਆਂ ਨੇ, ਲਾਈਕ ਸ਼ੂਗਰ ਦੀ ਬਿਮਾਰੀ, ਬਲੱਡ ਪ੍ਰੈਸ਼ਰ ਦੀ ਬਿਮਾਰੀ। ਇਹ ਬਿਮਾਰੀ ਕਿਡਨੀ ਵਾਸਤੇ ਵੀ ਬਹੁਤ ਘਾਤਕ ਹੁੰਦੀ ਹੈ। ਤੇ ਸਭ ਨਾਲੋਂ ਜ਼ਿਆਦਾ ਕਾਮਨ ਕਾਜ਼ ਕਿਡਨੀ ਫੇਲਿਅਰ ਦਾ ਵਰਲਡ ਵਾਈਡ ਜਾਂ ਇੰਡੀਆ ਵਿੱਚ ਸ਼ੂਗਰ ਦੀ ਬਿਮਾਰੀ ਹੈ, ਜਿਹਨੂੰ ਅਸੀਂ ਡਾਇਬੀਟਿਕ ਨੈਫਰੋਪੈਥੀ ਕਹਿੰਦੇ ਨੇ। ਔਰ ਹਾਈ ਬਲੱਡ ਪ੍ਰੈਸ਼ਰ ਵੀ ਹੈ ਕਰ ਸਕਦੀ ਹੈ ਕਿਡਨੀ ਦੀ ਬਿਮਾਰੀ। ਨਾਲ ਹੀ ਨਾਲ ਅਗਰ ਬਾਰ-ਬਾਰ ਕਿਡਨੀ ਤੇ ਇਨਫੈਕਸ਼ਨ ਹੁੰਦਾ ਰਹੇ ਜਾਂ ਪੇਸ਼ੈਂਟ ਨੂੰ ਗੁਰਦੇ ਵਿੱਚ ਸਟੋਨਸ ਹੋ ਜਾਣ ਜਾਂ ਕੋਈ ਐਸਾ ਕਾਰਨ ਹੋ ਜਾਏ ਕਿ ਯੂਰਿਨ ਅੱਗੇ ਨਹੀਂ ਜਾ ਪਾ ਰਿਹਾ, ਲਾਈਕ ਪ੍ਰੋਸਟੇਟ ਦੀ ਬਿਮਾਰੀ ਹੋ ਜਾਏ ਜਾਂ ਵੱਧ ਜਾਏ, ਉਹ ਵੀ ਕਿਡਨੀ ਫੇਲਿਅਰ ਕਰ ਸਕਦੀ ਹੈ। ਇਸ ਦੇ ਇਲਾਵਾ ਬਾਰ-ਬਾਰ ਗਲਤ ਦਵਾਈਆਂ ਲੈਣਾ, ਪੇਨ ਕਿਲਰ ਲੈਣਾ, ਕੋਈ ਆਲਟਰਨੇਟਿਵ ਮੈਡੀਕੇਸ਼ਨ ਲਾਈਕ ਚਾਈਨੀਜ਼ ਹਰਬਲ ਮੈਡੀਕੇਸ਼ਨ ਲੈਣਾ, ਇਹ ਵੀ ਕਿਡਨੀ ਫੇਲਿਅਰ ਕਰ ਸਕਦੀ ਹੈ। ਕਈ ਲੋਕਾਂ ਵਿੱਚ ਇਹਦਾ ਜੈਨੇਟਿਕ ਕਾਜ਼ ਹੁੰਦਾ ਹੈ ਕਿ ਮਾਂ-ਬਾਪ ਨੂੰ ਬਿਮਾਰੀ ਚੱਲ ਰਹੀ ਸੀ, ਉਹ ਬੱਚੇ ਨੂੰ ਵੀ ਇਨਹੈਰਿਟ ਹੋਈ ਹੈ ਤੇ ਬੱਚੇ ਨੂੰ ਵੀ ਕਿਡਨੀ ਫੇਲਿਅਰ ਹੋ ਗਿਆ। ਨਾਲ ਹੀ ਨਾਲ ਕਈ ਹੋਰ ਕਾਰਨ ਹੁੰਦੇ ਨੇ ਜਿਹਨੂੰ ਅਸੀਂ ਇਡੀਓਪੈਥਿਕ ਕਹਿੰਦੇ ਨੇ, ਜਿਹਦੇ ਕਾਰਨ ਮੈਡੀਕਲ ਸਾਇੰਸ ਵੀ ਨਹੀਂ ਜਾਣਦਾ। ਔਰ ਇਹ ਬਿਮਾਰੀਆਂ ਦਾ ਨਾਮ ਹੈਗਾ ਕ੍ਰੋਨਿਕ ਗਲੋਮੇਰੁਲੋਨੇਫਰਾਈਟਿਸ, ਕ੍ਰੋਨਿਕ ਟਿਊਬੂਲੋਇੰਟੈਸਟੀਸ਼ੀਅਲ ਨੈਫਰਾਈਟਿਸ, ਤੇ ਇਹ ਬਿਮਾਰੀਆਂ ਵੀ ਕਿਡਨੀ ਫੇਲਿਅਰ ਕਰ ਸਕਦੀਆਂ ਨੇ। ਪਹਿਲੇ ਤੇ ਸਾਈਨਸ ਐਂਡ ਸਿੰਪਟਮਸ ਹੈਗੇ ਨੇ ਜਿਹੜੇ ਮੈਂ ਤੁਹਾਨੂੰ ਦੱਸੇ ਨੇ। ਅਗਰ ਇਹ ਸਾਈਨਸ ਐਂਡ ਸਿੰਪਟਮਸ ਆ ਰਹੇ ਨੇ ਤਾਂ ਤੁਹਾਨੂੰ ਕਿਡਨੀ ਦੀ ਜਾਂਚ ਕਰਾਣੀ ਪਏਗੀ। ਤੇ ਕਿਹੜੀ ਵਾਲੀ ਜਾਂਚਾਂ? ਉਹਦੇ ਵਿੱਚ ਬਲੱਡ ਦੀ ਜਾਂਚ ਹੈਗੀ ਹੈ, ਤੇ ਸਭ ਨਾਲੋਂ ਆਸਾਨ ਜਾਂਚ ਹੈਗੀ ਕਿਡਨੀ ਫੰਕਸ਼ਨ ਟੈਸਟ। ਇੱਕ ਸਿੰਪਲ ਬਲੱਡ ਟੈਸਟ ਹੈਗਾ ਹੈ ਜਿਹਦੇ ਵਿੱਚ ਇੱਕ ਪੈਰਾਮੀਟਰ ਹੁੰਦਾ ਹੈ ਜਿਹਨੂੰ ਅਸੀਂ ਸੀਰਮ ਕ੍ਰੀਏਟਿਨਿਨ ਕਹਿੰਦੇ ਹਾਂ। ਸੀਰਮ ਕ੍ਰੀਏਟਿਨਿਨ ਨਾਰਮਲ ਆਦਮੀ ਵਿੱਚ ਜਿਹੜਾ ਬਿਲਕੁਲ ਠੀਕ ਹੋਏ, ਹੈਲਦੀ ਹੋਏ, ਕਿਡਨੀ ਬਿਲਕੁਲ ਠੀਕ ਕੰਮ ਕਰ ਰਹੀ ਹੈ, ਉਹਦੀ ਵੈਲਿਊ 1 ਤੋਂ ਘੱਟ ਹੋਣੀ ਚਾਹੀਦੀ ਹੈ। ਬਟ ਅਗਰ ਇਹ 1 ਤੋਂ ਵੱਧ ਜਾਂਦੀ ਹੈ ਕ੍ਰੀਏਟਿਨਿਨ ਦੀ ਵੈਲਿਊ ਔਰ ਯੂਰੀਆ 40 ਤੋਂ ਜ਼ਿਆਦਾ ਆਉਂਦਾ ਹੈ, ਜਾਂ ਪੇਸ਼ੈਂਟ ਨੂੰ ਅਸੀਂ ਦੇਖੀਏ ਸੋਡੀਅਮ ਦੀ ਪ੍ਰੋਬਲਮ, ਸੋਡੀਅਮ ਦਾ ਘਟਣਾ ਜਾਂ ਪੋਟੈਸ਼ੀਅਮ ਦਾ ਵਧਣਾ ਜਾਂ ਸਰੀਰ ਵਿੱਚ ਐਸਿਡਸ ਦਾ ਆਣਾ, ਜਿਹੜਾ ਅਸੀਂ ਸੀਰਮ ਬਾਈਕਾਰਬੋਨੇਟਿਕ ਟੈਸਟ ਹੁੰਦਾ ਹੈ ਬਲੱਡ ਵਿੱਚ ਕਰਾ ਸਕਦੇ ਹਾਂ। ਤਾਂ ਇਹ ਸਾਰੀ ਕਿਡਨੀ ਦੀ ਬਿਮਾਰੀ ਦੇ ਲੱਛਣ ਹੁੰਦੇ ਨੇ ਔਰ ਕਿਡਨੀ ਦੀ ਬਿਮਾਰੀ ਦੇ ਡਾਇਗਨੋਸਿਸ ਵਿੱਚ ਹੈਲਪ ਕਰਦੇ ਨੇ। ਨਾਲ ਹੀ ਨਾਲ ਯੂਰਿਨ ਦੀ ਜਾਂਚ ਕਰਾਣੀ ਬਹੁਤ ਇੰਪੋਰਟੈਂਟ ਹੈਗੀ ਹੈ, ਬਿਕੋਜ਼
ਜਦ ਬਿਮਾਰੀ ਕਿਡਨੀ ਦੀ ਸ਼ੁਰੂ ਹੁੰਦੀ ਹੈ ਤੇ ਸ਼ੁਰੂਆਤ ਵਿੱਚ ਪ੍ਰੋਟੀਨ ਲੀਕੇਜ ਹੋ ਜਾਂਦਾ ਹੈ ਯੂਰਿਨ ਵਿੱਚੋਂ, ਤੇ ਯੂਰਿਨ ਵਿੱਚ ਅਗਰ ਪ੍ਰੋਟੀਨ ਲੀਕੇਜ ਜਾਂ ਆਰਬੀਸੀ ਲੀਕੇਜ ਜਾਂ ਡਬਲਯੂਬੀਸੀ ਲੀਕੇਜ ਜਿਹਨੂੰ ਅਸੀਂ ਪਸ ਸੈਲ ਕਹਿੰਦੇ ਆ ਜਾਂ ਬਲੱਡ ਕਹਿੰਦੇ ਆ, ਅਗਰ ਆਣਾ ਸ਼ੁਰੂ ਹੋ ਜਾਏ ਤੇ ਇਹ ਵੀ ਕਿਡਨੀ ਦੀ ਬਿਮਾਰੀ ਦਾ ਅਰਲੀ ਲੱਛਣ ਹੈ। ਦੱਸਦਾ ਹੈ ਜੀ ਕਿਡਨੀ ਦੀ ਬਿਮਾਰੀ ਵਿੱਚ ਇਨਫੈਕਸ਼ਨ ਹੈ ਕਿ ਨਹੀਂ, ਜਾਂ ਸਟੋਨ ਹੈ ਕਿ ਨਹੀਂ, ਜਾਂ ਕਿਡਨੀ ਕਿੰਨੀ ਖਰਾਬ ਹੋਈ ਹੈ। ਨਾਲ ਹੀ ਨਾਲ ਇੱਕ ਅਲਟਰਾਸਾਊਂਡ ਜਾਂ ਸੀਟੀ ਸਕੈਨ ਇਮੇਜਿੰਗ ਸਟੱਡੀ ਜਿਹਨੂੰ ਅਸੀਂ ਕਹਿੰਦੇ ਆ, ਉਹ ਪੇਟ ਦੀ ਕਰਾਣੀ ਜ਼ਰੂਰੀ ਹੈ ਔਰ ਕਿਡਨੀਜ਼ ਦੀ ਕਰਾਣੀ ਜ਼ਰੂਰੀ ਹੈ, ਕਿਉਂਕਿ ਜਿੱਦਾਂ ਬਿਮਾਰੀ ਵੱਧਦੀ ਹੈ ਕਿਡਨੀ ਦਾ ਸਾਈਜ਼ ਸ਼ਰਿੰਕ ਹੋ ਜਾਂਦਾ ਹੈ। ਤੇ ਕ੍ਰੋਨਿਕ ਕਿਡਨੀ ਡਿਜ਼ੀਜ਼ ਜਿਹੜੀ ਮੋਸਟ ਕਾਮਨ ਕਿਡਨੀ ਦੀ ਬਿਮਾਰੀ ਹੈ, ਜਿਹਦੇ ਵਿੱਚ ਆਦਮੀ ਦੀ ਕਿਡਨੀ 3 ਮਹੀਨੇ ਤੋਂ ਜ਼ਿਆਦਾ ਜਦ ਖਰਾਬ ਹੁੰਦੀ ਹੈ ਤੇ ਬਿਮਾਰੀ ਅੱਗੇ ਤੇਜ਼ੀ ਨਾਲ ਵੱਧਦੀ ਹੈ ਔਰ ਰਿਵਰਸਿਬਲ ਨਹੀਂ ਹੁੰਦੀ, ਉਸ ਬਿਮਾਰੀ ਵਿੱਚ ਜਿੱਦਾਂ ਜਿੱਦਾਂ ਬਿਮਾਰੀ ਵਧੇ ਕਿਡਨੀ ਦਾ ਸਾਈਜ਼ ਛੋਟਾ ਹੋ ਜਾਂਦਾ ਹੈ, ਔਰ ਜਦ ਕਿਡਨੀ ਦਾ ਸਾਈਜ਼ ਸ਼ਰਿੰਕ ਹੋ ਕੇ 8 ਸੈਂਟੀਮੀਟਰ ਤੋਂ ਘੱਟ ਹੋ ਜਾਂਦਾ ਹੈ ਤਦ ਅਸੀਂ ਕਹਿੰਦੇ ਹਾਂ ਕਿ ਪੇਸ਼ੈਂਟ ਬਿਮਾਰੀ ਦੀ ਅਗਲੀ ਨੈਕਸਟ ਜਾਂ ਐਡਵਾਂਸ ਸਟੇਜ ਵਿੱਚ ਪਹੁੰਚ ਗਿਆ ਹੈ। ਤੇ ਯੂਰਿਨ ਦੀ ਜਾਂਚਾਂ, ਅਲਟਰਾਸਾਊਂਡ ਔਰ ਬਲੱਡ ਦੀ ਜਾਂਚਾਂ ਦੇ ਨਾਲ ਅਸੀਂ ਕਿਡਨੀ ਦੀ ਬਿਮਾਰੀ ਆਰਾਮ ਨਾਲ ਡਾਇਗਨੋਸ ਕਰ ਸਕਦੇ ਹਾਂ। ਡਿਪੈਂਡ ਕਰਦਾ ਹੈ ਬਿਮਾਰੀ ਜਿਹੜੀ ਕਿਡਨੀ ਦੀ ਹੋਈ ਹੈ ਕੀ ਕਾਰਨ ਹੈ। ਅਗਰ ਜਿੱਦਾਂ ਮੈਂ ਤੁਹਾਨੂੰ ਮੈਂਸ਼ਨ ਕੀਤਾ ਕ੍ਰੋਨਿਕ ਕਿਡਨੀ ਡਿਜ਼ੀਜ਼ ਜਾਂ ਸੀਕੇਡੀ ਹੈ, ਸ਼ੂਗਰ, ਬਲੱਡ ਪ੍ਰੈਸ਼ਰ ਜਾਂ ਕਿਸੇ ਹੋਰ ਬਿਮਾਰੀ ਨਾਲ ਗੁਰਦਾ ਖਰਾਬ ਹੋ ਰਿਹਾ ਹੈ ਤੁਹਾਡਾ, ਤੇ ਇਹ ਬਿਮਾਰੀ ਜਿਹੜੀ ਹੈਗੀ ਹੈ ਨਾ, ਇਹ ਪ੍ਰੋਗਰੈਸਿਵ ਔਰ ਇਰੀਵਰਸਿਬਲ ਹੁੰਦੀ ਹੈ। ਮਤਲਬ ਕਿ ਇਹ ਅੱਗੇ ਚੱਲੇਗੀ ਔਰ ਜਿਹੜਾ ਡੈਮੇਜ ਕਿਡਨੀ ਨੂੰ ਹੋ ਚੁੱਕਾ ਹੈ ਉਹ ਕਿਡਨੀ ਪਰਮਾਨੈਂਟਲੀ ਖਰਾਬ ਹੋ ਗਈ ਹੈ। ਯਾਨੀ ਕਿ ਜਿੱਦਾਂ ਤੁਸੀਂ ਕੋਈ ਪੇਪਰ ਲਓ ਔਰ ਉਹਨੂੰ ਆਗ ਤੇ ਲਾ ਦਿਓ ਤੇ ਜਿੰਨਾ ਹਿੱਸਾ ਰਾਖ ਬਣ ਜਾਂਦਾ ਹੈ, ਉਸ ਤਰ੍ਹਾਂ ਸ਼ੂਗਰ, ਬਲੱਡ ਪ੍ਰੈਸ਼ਰ ਕਿਡਨੀ ਦੀ ਬਿਮਾਰੀ ਅੱਗੇ ਵਧਾਉਂਦੀ ਹੈ ਔਰ ਕ੍ਰੋਨਿਕ ਕਿਡਨੀ ਡਿਜ਼ੀਜ਼ ਵਿੱਚ ਉਨੀ ਕਿਡਨੀ ਖਰਾਬ ਹੁੰਦੀ ਚਲੀ ਜਾਂਦੀ ਹੈ। ਲੇਕਿਨ ਇਸ ਦੇ ਇਲਾਵਾ ਹੋਰ ਵੀ ਕਾਰਨ ਹੁੰਦੇ ਨੇ ਕਿਡਨੀ ਨੂੰ ਖਰਾਬ ਹੋਣ ਦੇ। ਫੋਰ ਐਗਜ਼ਾਮਪਲ ਤੁਸੀਂ ਸੁਣਿਆ ਹੋਏਗਾ ਕਿੰਨੇ ਇਨਫੈਕਸ਼ਨ ਹੁੰਦੇ ਨੇ, ਕੋਵਿਡ ਵੀ ਕਿਡਨੀ ਨੂੰ ਖਰਾਬ ਕਰਦਾ ਹੈ, ਗਲਤ ਦਵਾਈਆਂ ਨਾਲ ਕਿਡਨੀ ਖਰਾਬ ਹੁੰਦੀ ਹੈ, ਅਗਰ ਇੱਕਦਮ ਬੀਪੀ ਸ਼ੂਟ ਅਪ ਹੋ ਕੇ 200 ਤੇ ਉੱਤੇ ਚਲਾ ਜਾਏ ਉਹ ਵੀ ਕਿਡਨੀ ਨੂੰ ਖਰਾਬ ਕਰ ਸਕਦਾ ਹੈ। ਤੇ ਇਹ ਬਿਮਾਰੀਆਂ ਕਰਦੀਆਂ ਨੇ ਅਕਿਊਟ ਕਿਡਨੀ ਇੰਜਰੀ। ਅਕਿਊਟ ਮਤਲਬ ਕੁਝ ਹੀ ਦਿਨਾਂ ਵਿੱਚ ਜਾਂ ਕੁਝ ਹੀ ਵੀਕਸ ਵਿੱਚ ਜਾਂ ਸਪਤਾਹ ਵਿੱਚ ਕਿਡਨੀ ਦੀ ਬਿਮਾਰੀ ਫੈਲੀ ਹੈ ਅੱਗੇ। ਤੇ ਇਸ ਕੇਸ ਵਿੱਚ ਅਗਰ ਅਸੀਂ ਉਹ ਕਾਰਨ ਜਾਂ ਕਾਜ਼ ਜਿਹਦੇ ਕਾਰਨ ਇਹ ਬਿਮਾਰੀ ਅੱਗੇ ਵੱਧ ਰਹੀ ਹੈ, ਫੋਰ ਐਗਜ਼ਾਮਪਲ ਇਨਫੈਕਸ਼ਨ ਨੂੰ ਟ੍ਰੀਟ ਕਰ ਦਈਏ, ਸ਼ੂਗਰ, ਬਲੱਡ ਪ੍ਰੈਸ਼ਰ ਨੂੰ ਟ੍ਰੀਟ ਕਰ ਦਈਏ, ਅਗਰ ਇੱਕਦਮ ਵਧਿਆ ਹੈ ਬਲੱਡ ਪ੍ਰੈਸ਼ਰ, ਔਰ ਅਸੀਂ ਕੋਈ ਜੈਸੇ ਸਟੋਨ ਹੈਗਾ ਹੈ, ਪ੍ਰੋਸਟੇਟ ਦੇ ਕਾਰਨ ਬਲੌਕੇਜ ਹੋ ਗਈ ਹੈ ਔਰ ਕ੍ਰੀਏਟਿਨ ਵਧੀ ਹੈ, ਉਹਨੂੰ ਰਿਮੂਵ ਕਰ ਦਈਏ ਤੇ ਉਹ ਬਿਮਾਰੀ ਰਿਵਰਸ ਕੀਤੀ ਜਾ ਸਕਦੀ ਹੈ। ਤੇ ਡਿਪੈਂਡ ਕਰਦਾ ਹੈ ਇੰਜਰੀ ਕਿੰਨੀ ਦੇਰ ਵਾਸਤੇ ਚੱਲ ਰਹੀ ਹੈ ਔਰ ਕਿੰਨੀ ਸੀਵੀਅਰ ਹੈ। ਅਗਰ ਸੀਵੀਅਰ ਇੰਜਰੀ ਲੰਬੇ ਅਰਸੇ ਵਾਸਤੇ ਚੱਲ ਰਹੀ ਹੈ ਔਰ 3 ਮਹੀਨੇ ਤੋਂ ਜ਼ਿਆਦਾ ਡੈਮੇਜ ਚੱਲ ਰਿਹਾ ਹੈ ਤੇ ਉਹ ਬਿਮਾਰੀ ਕ੍ਰੋਨਿਕ ਕਿਡਨੀ ਡਿਜ਼ੀਜ਼ ਬਣ ਜਾਏਗੀ ਔਰ ਕੁਝ ਹਿੱਸਾ ਉਸ ਬਿਮਾਰੀ ਦਾ ਪਰਮਾਨੈਂਟ ਹੋਏਗਾ ਜਿਹੜਾ ਨਹੀਂ ਰਿਵਰਸ ਹੋ ਸਕਦਾ। ਲੇਕਿਨ ਅਗਰ ਤੁਸੀਂ ਫੜ ਲਿਆ ਜੀ ਬਿਮਾਰੀ ਹੁਣੇ ਹੋਈ ਹੈ ਇਸ ਕਾਰਨ ਦੇ ਵਜ੍ਹਾ ਨਾਲ ਔਰ ਛੇਤੀ ਉਹਨੂੰ ਤੁਸੀਂ ਠੀਕ ਕਰ ਦਿਓ ਤੇ ਤਦ ਉਹ ਬਿਮਾਰੀ ਰਿਵਰਸਿਬਲ ਹੈ। ਔਰ ਸਾਡੇ ਕਿੰਨੇ ਪੇਸ਼ੈਂਟ ਹੈਗੇ ਨੇ ਜੋ ਕਿਡਨੀ ਫੇਲਿਅਰ ਵਿੱਚ ਆਏ ਸੀ, ਉਹਨਾਂ ਨੂੰ ਕੋਈ ਇਨਫੈਕਸ਼ਨ ਸੀ, ਬੀਪੀ ਉਹਨਾਂ ਦਾ ਬਿਲਕੁਲ ਡਾਊਨ ਚਲਾ ਗਿਆ ਸੀ, ਜਾਂ ਕੋਈ ਗਲਤ ਦਵਾਈ ਲਈ ਸੀ, ਜਾਂ ਕੋਈ ਹੋਰ ਬਿਮਾਰੀ ਕਿਡਨੀ ਦੀ ਦੇ ਅੰਦਰ ਸ਼ੁਰੂ ਹੋ ਗਈ ਸੀ ਇਨਫੈਕਸ਼ਨ ਦੇ ਨਾਲ, ਜਾਂ ਕੋਈ ਆਟੋਇਮਿਊਨ ਡਿਜ਼ੀਜ਼ ਜਿਹਦੇ ਨਾਲ ਕਿਡਨੀ ਖਰਾਬ ਹੋਈ ਹੈ, ਔਰ ਤੁਸੀਂ ਡਾਇਗਨੋਸ ਕਰੋ ਉਸ ਬਿਮਾਰੀ ਨੂੰ। ਅਗਰ ਤੁਹਾਡੀ ਡਾਇਗਨੋਸਿਸ ਨਹੀਂ ਬਣ ਪਾ ਰਹੀ ਹੈ ਕਿਡਨੀ ਦੀ ਬਿਮਾਰੀ ਦੀ ਬਲੱਡ, ਯੂਰਿਨ ਔਰ ਅਲਟਰਾਸਾਊਂਡ ਦੇ ਨਾਲ, ਤੇ ਜਾਂਚ ਹੁੰਦੀ ਹੈ ਜਿਹਨੂੰ ਅਸੀਂ ਕਿਡਨੀ ਬਾਇਓਪਸੀ ਕਹਿੰਦੇ ਹਾਂ। ਉਹਦੇ ਵਿੱਚ ਕਿਡਨੀ ਦਾ ਇੱਕ ਛੋਟਾ ਜਿਹਾ ਟੁਕੜਾ ਅਸੀਂ ਲੈ ਕੇ ਮਾਈਕਰੋਸਕੋਪ ਦੇ ਅੰਦਰ ਸਟੱਡੀ ਕਰਦੇ ਹਾਂ। ਉਹ ਬਿਮਾਰੀ ਦੀ ਡਿਟੇਲ ਵਿੱਚ ਸਾਨੂੰ ਬਿਮਾਰੀ ਦੇ ਬਾਰੇ ਵਿੱਚ ਦੱਸ ਦਿੰਦੀ ਹੈ ਔਰ ਕਿਡਨੀ ਬਾਇਓਪਸੀ 골ਡ ਸਟੈਂਡਰਡ ਹੁੰਦੀ ਹੈ ਡਾਇਗਨੋਸਿਸ ਕਰਨ ਵਾਸਤੇ। ਤੋਂ ਉਸ ਦੀ ਰਿਪੋਰਟ ਦੇ ਬਾਅਦ ਅਸੀਂ ਪੇਸ਼ੈਂਟ ਨੂੰ ਉਸ ਹਿਸਾਬ ਨਾਲ ਟ੍ਰੀਟ ਕਰ ਸਕਦੇ ਹਾਂ ਔਰ ਉਹ ਸਾਨੂੰ ਇਹ ਵੀ ਦੱਸ ਸਕਦੀ ਹੈ ਜੀ ਕਿੰਨਾ ਕੰਪੋਨੈਂਟ ਇਸ ਬਿਮਾਰੀ ਦਾ ਪਰਮਾਨੈਂਟ ਹੈ ਜਾਂ ਕ੍ਰੋਨਿਕ ਔਰ ਕਿੰਨਾ ਅਕਿਊਟ ਹੈ। ਤੋਂ ਕਿਡਨੀ ਦੀ ਬਿਮਾਰੀ ਟ੍ਰੀਟੇਬਲ ਹੁੰਦੀ ਹੈ ਅਗਰ अर्ਲੀ ਸਟੇਜ ਤੇ ਜਲਦੀ ਡਿਟੈਕਟ ਹੋ ਜਾਏ। ਅਗਰ ਸਾਨੂੰ ਪ੍ਰੀਵੈਂਟ ਕਰਨੀ ਹੈ ਜਾਂ ਬਿਮਾਰੀ ਨੂੰ अर्ਲੀ ਸਟੇਜ ਤੇ ਰੋਕਣਾ ਹੈ ਤੇ ਸਭ ਤੋਂ ਪਹਿਲਾਂ ਇਹਨੂੰ अर्ਲੀ ਡਾਇਗਨੋਸਿਸ ਕਰਨਾ ਜ਼ਰੂਰੀ ਹੈ। ਜਿੱਦਾਂ ਬਿਮਾਰੀ ਛੇਤੀ ਤੁਹਾਡੀ ਨਜ਼ਰ ਵਿੱਚ ਆ ਜਾਏ ਤੁਸੀਂ ਇੱਕ ਕਿਡਨੀ ਵਿਸ਼ੇਸ਼ज्ञ ਜਾਂ ਨੈਫਰੋਲੋਜਿਸਟ ਦੇ ਕੋਲ ਜਾਓ ਔਰ ਆਪਣੀ ਜਾਂਚ ਦੇ ਅਨੁਸਾਰ ਟ੍ਰੀਟਮੈਂਟ ਸ਼ੁਰੂ ਕਰੋ। ਉਹਦੇ ਵਿੱਚ ਬਹੁਤ ਜ਼ਰੂਰੀ ਹੈ ਅਗਰ ਸ਼ੂਗਰ ਦੀ ਬਿਮਾਰੀ ਹੈ ਸ਼ੂਗਰ ਕੰਟਰੋਲ ਕਰੋ, ਅਗਰ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੈ ਬਲੱਡ ਪ੍ਰੈਸ਼ਰ ਕੰਟਰੋਲ ਕਰੋ, ਨਾਲ ਹੀ ਨਾਲ ਵਜ਼ਨ ਜ਼ਿਆਦਾ ਹੈ, ਮੋਟਾਪਾ ਹੈ, ਉਹ ਵੀ ਕਿਡਨੀ ਦੇ ਲੋਡ ਵਧਾਉਂਦਾ ਹੈ, ਉਹਨੂੰ ਟ੍ਰੀਟ ਕਰੋ, ਹਾਈ ਕੋਲੇਸਟ੍ਰੋਲ ਹੈ ਉਹਨੂੰ ਟ੍ਰੀਟ ਕਰੋ। ਕਿਡਨੀ ਦੀ ਬਿਮਾਰੀ ਵਿੱਚ ਸੋਡੀਅਮ, ਪੋਟੈਸ਼ੀਅਮ, ਯੂਰਿਕ ਐਸਿਡ, ਕੈਲਸ਼ੀਅਮ, ਫਾਸਫੋਰਸ, ਇਹ ਸਾਰੇ ਮਿਨਰਲਸ ਦੀ ਔਰ ਵਿਟਾਮਿਨਸ ਦੀ ਐਬਨੋਰਮੈਲਿਟੀਜ਼ ਹੋ ਸਕਦੀਆਂ ਨੇ, ਖੂਨ ਦੀ ਕਮੀ ਹੋ ਸਕਦੀ ਹੈ। ਇਹਦੇ ਵਾਸਤੇ ਤੁਹਾਡਾ ਜਿਹੜਾ ਨੈਫਰੋਲੋਜਿਸਟ ਹੈਗਾ ਉਹਦੀ ਟ੍ਰੀਟਮੈਂਟ ਸ਼ੁਰੂ ਕਰੇਗਾ। ਨਾਲ ਹੀ ਨਾਲ ਰੈਗੂਲਰਲੀ ਜਾਂਚ ਕਰਾ ਕੇ ਉਹਨਾਂ ਦੇ ਟੱਚ ਵਿੱਚ ਰਹਿਣਾ ਹੈ। ਕੋਈ ਵੀ ਇਸ ਤਰ੍ਹਾਂ ਦਾ ਸਬਸਟੈਂਸ ਜਾਂ ਦਵਾਈ ਨਹੀਂ ਲੈਣੀ ਹੈ ਜਿਹੜੀ ਕਿਡਨੀ ਨੂੰ ਡੈਮੇਜ ਕਰ ਸਕਦੀ ਹੈ। ਪੇਨ ਕਿਲਰਸ ਚੰਗੇ ਨਹੀਂ ਹੁੰਦੇ ਕਿਡਨੀ ਵਾਸਤੇ ਤੇ ਉਹ ਬਿਲਕੁਲ ਨਾ ਲਓ। तो ਜਾਂਚ ਕਰਾ ਕੇ ਨੈਫਰੋਲੋਜਿਸਟ ਦੇ ਟੱਚ ਵਿੱਚ ਰਹੋ ਐਂਡ ਨਾਲ ਹੀ ਨਾਲ ਡਾਈਟ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਕਿਡਨੀ ਦੀ ਬਿਮਾਰੀ ਅੱਗੇ ਵਧਣ ਤੋਂ ਪ੍ਰੀਵੈਂਟ ਕਰਨ ਤੋਂ।
ਤੋ ਉਸ ਵਾਸਤੇ ਤੁਸੀਂ ਕੋਸ਼ਿਸ਼ ਕਰੋ ਕਿ ਡਾਈਟ ਵਿੱਚ ਨਮਕ ਘੱਟ ਰੱਖੋ, ਆਪਣਾ ਪ੍ਰੋਟੀਨ ਇਨਟੇਕ ਕੋਈ ਸਪਲੀਮੈਂਟ ਲੈ ਰਹੇ ਹੋ ਪ੍ਰੋਟੀਨ ਦਾ ਉਹ ਘੱਟ ਰੱਖੋ, ਨਾਨ ਵੈਜ ਜਿਹੜਾ ਹੈ ਉਹ ਘੱਟ ਖਾਓ, ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਕਰੋ। ਪਾਣੀ ਦੀ ਮਾਤਰਾ ਉਹਦੇ ਵਿੱਚ ਡਿਪੈਂਡ ਕਰਦੀ ਹੈ ਕਿੰਨੀ ਲੈਣੀ ਹੈ, ਕਿ ਪੇਸ਼ੈਂਟ ਨੂੰ ਯੂਰਿਨ ਕਿੰਨਾ ਆ ਰਿਹਾ ਹੈ, ਘੱਟ ਆ ਰਿਹਾ ਹੈ ਤੇ ਘੱਟ ਕਰਨੀ ਪਏਗੀ। ਔਰ ਅਗਰ ਤੁਸੀਂ ਰੈਗੂਲਰ ਰਹੋਗੇ, ਇਹ ਸਾਰੀ ਦਵਾਈਆਂ ਲਓਗੇ, ਆਪਣੇ ਮੈਟਾਬੋਲਿਕ ਪੈਰਾਮੀਟਰਸ ਨੂੰ ਕੰਟਰੋਲ ਵਿੱਚ ਰੱਖੋਗੇ ਔਰ ਡਾਈਟ ਜਿੱਦਾਂ ਤੁਹਾਡਾ ਡਾਈਟੀਸ਼ੀਅਨ ਜਾਂ ਨੈਫਰੋਲੋਜਿਸਟ ਦੱਸੇ ਉਹਦਾ ਕਰੋਗੇ ਤਾਂ ਫਿਰ ਤੁਹਾਡੀ ਬਿਮਾਰੀ ਪ੍ਰੀਵੈਂਟ ਵੀ ਹੋ ਸਕਦੀ ਹੈ ਤੇ ਅੱਗੇ ਵਧਣ ਨਾਲ ਰੋਕੀ ਵੀ ਜਾ ਸਕਦੀ ਹੈ।